ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਭਾਰਤ ਚੀਨ ਵਿੱਚ ਹੋਰ ਵੱਧ ਸਕਦਾ ਹੈ ਤਣਾਅ। ਸੂਤਰਾਂ ਮੁਤਾਬਕ ਚੀਨ ਨੇ ਗਲਵਾਨ ਵਾਦੀ ਵਿੱਚ ਹਿੰਸਾ ਵਾਲੀ ਥਾਂ ਤੇ ਮੁੜ ਲਾਏ ਟੈਂਟ। ਗਲਵਾਨ ਵਾਦੀ ਦੇ ਪੈਟਰੋਲਿੰਗ ਪੁਆਇੰਟ 14 ਤੇ ਲਾਇਆ ਗਿਆ ਟੈਂਟ। फौज मुखी जनरल मनोज मुकुंद नरवाणे ने पूर्वी लद्दाख ਵਿੱਚ ਵੱਖ-ਵੱਖ ਮੋਹਰੀ ਇਲਾਕਿਆਂ ਦਾ ਕੀਤਾ ਦੌਰਾ। ਚੀਨੀ ਫੌਜ ਨਾਲ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਫੌਜ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ। ਦੇਸ਼ ਵਿੱਚ ਮਹਾਮਾਰੀ ਦੇ ਮਾਮਲਿਆਂ ਵਿੱਚ ਇਜ਼ਾਫਾ। ਪਿਛਲੇ 24 ਘੰਟਿਆਂ ਵਿੱਚ ਤਕਰੀਬਨ 16,000 ਨਵੇਂ ਮਰੀਜ਼ ਆਏ ਸਾਹਮਣੇ। ਕੁੱਲ ਮਾਮਲਿਆਂ ਦੀ ਤਾਦਾਦ 4,50,000 ਤੋਂ ਪਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਚੀਨ ਦੀ ਇੱਕ ਵੱਡੀ ਧੋਖਾਧੜੀ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਕ ਚੀਨ ਨੇ ਗਲਵਾਨ ਵਾਦੀ ਵਿੱਚ ਹਿੰਸਾ ਵਾਲੀ ਥਾਂ ਤੇ ਮੁੜ ਟੈਂਟ ਲਾ ਦਿੱਤਾ ਹੈ। ਜਿੱਥੇ ਹਿੰਸਕ ਝੜਪ ਹੋਈ ਸੀ ਉੱਥੇ ਚੀਨ ਨੇ ਫਿਰ ਆਪਣੇ ਤੰਬੂ ਗੱਡ ਲਏ ਨੇ। ਇਹ ਟੈਂਟ ਗਲਵਾਨ ਵਾਦੀ ਦੇ ਪੈਟਰੋਲਿੰਗ ਪੁਆਇੰਟ 14 ਤੇ ਲਾਏ ਗਏ ਨੇ। ਇਹ ਉਹੀ ਜਗ੍ਹਾ ਹੈ ਜਿੱਥੇ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਝਗੜੇ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ਤੋਂ ਬਾਅਦ ਲਗਾਤਾਰ ਦੋਵਾਂ ਮੁਲਕਾਂ ਦੇ ਵਿਚਾਲੇ ਤਣਾਅ ਜਾਰੀ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਸ਼ਾਂਤੀ ਕਾਇਮ ਕਰਨ ਦੇ ਲਈ ਮੁਲਾਕਾਤਾਂ ਵੀ ਹੋਈਆਂ, ਪਰ ਇੱਕ ਵਾਰ ਫਿਰ ਚੀਨ ਆਪਣੇ ਵਾਅਦਿਆਂ ਤੋਂ ਮੁੱਕਰ ਗਿਆ ਹੈ। ਚੀਨ ਦਾ ਫੈਸਲਾ ਤਣਾਅ ਵਧਾ ਸਕਦਾ ਹੈ। ਬੁੱਧਵਾਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਕਰੀਬ 2.5 ਘੰਟੇ ਦੀ ਬੈਠਕ ਹੋਈ। ਇਸ ਬੈਠਕ ਵਿੱਚ ਚੀਨ ਨੇ ਕਿਹਾ ਸੀ ਕਿ ਉਹ ਡਿਸਇੰਗੇਜਮੈਂਟ ਦੀ ਯੋਜਨਾ ਤੇ ਕੰਮ ਕਰਨ ਲਈ ਸਹਿਮਤ ਹੈ। ਉਹ ਤਣਾਅ ਘਟਾਉਣ ਦੇ ਲਈ ਕਦਮ ਚੁੱਕਣ ਲਈ ਵੀ ਸਹਿਮਤ ਹੋ ਗਿਆ, ਪਰ ਕੁਝ ਸਮੇਂ ਬਾਅਦ ਹੀ ਅਜਿਹੀ ਜਗ੍ਹਾ ਤੇ ਤੰਬੂ ਲਗਾਉਣਾ ਫਿਰ ਚੀਨ ਦੀ ਚਾਲ ਨੂੰ ਦਰਸਾਉਂਦਾ ਹੈ। ਸੂਤਰਾਂ ਦੇ ਮੁਤਾਬਕ ਚੀਨੀ ਫੌਜੀਆਂ ਨੇ ਇੱਥੇ ਆਪਣੀ ਨਫ਼ਰੀ ਵੀ ਵਧਾ ਦਿੱਤੀ ਹੈ। ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਪੂਰਬੀ ਲੱਦਾਖ ਵਿੱਚ ਵੱਖ-ਵੱਖ ਮੋਹਰੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਚੀਨੀ ਫੌਜ ਨਾਲ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਫੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਲੱਦਾਖ ਦੀ 2 ਦਿਨਾਂ ਯਾਤਰਾ ਤੇ ਲੇਹ ਪਹੁੰਚੇ ਜਨਰਲ ਨਰਵਾਣੇ ਨੇ ਹਾਲ ਹੀ ਵਿੱਚ ਹੋਈ ਹਿੰਸਕ ਝੜਪ ਵਿੱਚ ਚੀਨੀ ਫੌਜੀਆਂ ਤੋਂ ਲੋਹਾ ਲੈਣ ਵਾਲੇ ਭਾਰਤੀ ਫੌਜੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤੇ। ਫੌਜ ਮੁਖੀ ਨੇ ਦੁਪਹਿਰ ਨੂੰ ਉੱਤਰੀ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਯੋਗੇਸ਼ ਕੁਮਾਰ ਜੋਸ਼ੀ, 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਫੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਖੇਤਰ ਵਿੱਚ ਸੰਪੂਰਨ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਸੀ। ਫੌਜ ਨੇ ਟਵੀਟ ਕੀਤਾ ਕਿ ਫੌਜ ਮੁਖੀ ਜਨਰਲ ਨਰਵਾਣੇ ਨੇ ਪੂਰਬੀ ਲੱਦਾਖ ਵਿੱਚ ਮੋਹਰੀ ਇਲਾਕਿਆਂ ਦਾ ਦੌਰਾ ਕੀਤਾ ਹੈ ਤੇ ਹਾਲਾਤ ਦੀ ਸਮੀਖਿਆ ਕੀਤੀ ਹੈ। ਫੌਜ ਮੁਖੀ ਨੇ ਫੌਜੀਆਂ ਦੇ ਉੱਚੇ ਮਨੋਬਲ ਦੇ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ, ਉਹਨਾਂ ਨੂੰ ਉਤਸ਼ਾਹ ਨਾਲ ਕੰਮ ਕਰਨ ਲਈ ਵੀ ਉਤਸ਼ਾਹਿਤ ਕੀਤਾ। ਲੇਹ ਪਹੁੰਚਣ ਤੋਂ ਬਾਅਦ ਫੌਜ ਮੁਖੀ ਤੁਰੰਤ ਫੌਜ ਦੇ ਹਸਪਤਾਲ ਪਹੁੰਚੇ, ਜਿੱਥੇ ਗਲਵਾਨ ਘਾਟੀ ਵਿੱਚ 15 ਜੂਨ ਨੂੰ ਝੜਪ ਵਿੱਚ ਜ਼ਖਮੀ ਹੋਏ 18 ਫੌਜੀਆਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਚੀਨ ਦੀ ਫੌਜ ਨਾਲ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ 18 ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ। ਸੁਪਰੀਮ ਕੋਰਟ ਵਿੱਚ ਸਾਲ 2000 ਵਿੱਚ ਯੂਪੀਏ ਸਰਕਾਰ ਅਤੇ ਚੀਨੀ ਸਰਕਾਰ ਦੇ ਵਿਚਕਾਰ ਸਾਈਨ ਹੋਏ ਐਮਓਯੂ ਨੂੰ ਲੈ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰ ਕਾਂਗਰਸ ਨੇਤਾਵਾਂ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇੱਕ ਵਕੀਲ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਅਦਾਲਤ ਐਨਆਈਏ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ 1967 ਦੇ ਤਹਿਤ ਉਕਤ ਸਮਝੌਤੇ ਦੀ ਜਾਂਚ ਕਰਨ ਦਾ ਹੁਕਮ ਜਾਰੀ ਕਰੇ। ਇਸ ਦੌਰਾਨ ਗਲਵਾਨ ਵਿੱਚ ਐਲਏਸੀ ਤੇ ਚੀਨ ਦੇ ਨਾਲ ਜਾਰੀ ਵਿਵਾਦ ਦੌਰਾਨ ਕਾਂਗਰਸ ਤੇ ਭਾਜਪਾ ਦੇ ਵਿਚਕਾਰ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਰਾਹੁਲ ਗਾਂਧੀ ਦੇ ਹਮਲੇ ਦੇ ਜਵਾਬ ਵਿੱਚ ਭਾਜਪਾ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਨਾਲ ਕਾਂਗਰਸ ਦੇ ਸਬੰਧ ਨੂੰ ਵੱਡਾ ਮੁੱਦਾ ਬਣਾ ਲਿਆ ਹੈ। ਬੀਤੇ ਦਿਨੀ 15 ਜੂਨ ਨੂੰ ਪੂਰਬੀ ਲੱਦਾਖ ਦੇ ਗਲਵਾਨ ਇਲਾਕੇ ਵਿੱਚ ਚੀਨੀ ਫੌਜੀਆਂ ਦੇ ਨਾਲ ਲੜਾਈ ਵਿੱਚ ਸੈਨਾ ਦੇ 20 ਜਵਾਨ ਸ਼ਹੀਦ ਹੋਏ। ਇਸ ਘਟਨਾ ਤੋਂ ਬਾਅਦ ਕਾਂਗਰਸ ਸਰਕਾਰ ਤੇ ਲਗਾਤਾਰ ਹਮਲੇ ਕਰ ਰਹੀ ਹੈ। ਤੇ ਗੱਲ ਕਰਦੇ ਹਾਂ ਮਹਾਮਾਰੀ ਦੀ ਆਫਤ ਦੀ, ਜੋ ਕਿ ਦੇਸ਼ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ। ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦਰਮਿਆਨ ਪਿਛਲੇ 24 ਘੰਟਿਆਂ ਵਿੱਚ 15,968 ਨਵੇਂ ਮਰੀਜ਼ ਸਾਹਮਣੇ ਆਏ ਨੇ। ਇਸ ਤਰ੍ਹਾਂ ਪੀੜਤ ਮਰੀਜ਼ਾਂ ਦਾ ਅੰਕੜਾ 4,50,000 ਤੋਂ ਪਾਰ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਮਹਾਮਾਰੀ ਦੇ 15,968 ਨਵੇਂ ਮਾਮਲਿਆਂ ਦੇ ਨਾਲ
कुल पीड़ितां की गिनती 4,50,183 हो गई है। इस तरह पिछले 24 घंटिया दौरान इस महामारी नाल 465 लोगों की मौत नाल कुल मृतकों की गिनती बढ़ के 14,000 तो उपर है। इस महामारी तो निजात पाउण वालियां की गिनती में इजाफा हो रहा है। इस समय में 10,495 लोग ठीक हुए ने। इन्हों मिला के हुण तक 2,58,685 मरीज ठीक हो चुके हैं। देश में अजे भी महामारी के 1,83,022 सरगर्म मामले ने। महाराष्ट्र में दिनों दिन स्थिति खराब होंदी जा रही है और पिछले 24 घंटिया के दौरान रिकॉर्ड 3,890 नवे मामले सामने आने तो बाद पॉजिटिव मरीजों की गिनती बुधवार की रात बढ़ के 1,42,00,000 पश्चिमी बंगाल की मुख्यमंत्री ममता बनर्जी ने सूबे में जारी लॉकडाउन 31 जुलाई तक वधाउण का ऐलान किया है ताकि कोरोना वायरस को फैलन तो रोकया जा सके। पश्चिमी बंगाल में फिलहाल जारी लॉकडाउन 30 जून को खत्म होने वाला है। सूबे सकत्रेत के सामने स्थित ऑडिटोरीयम में सर्व पार्टी बैठक में हिस्सा लैण तो बाद बनर्जी ने कहा है कि नेतावां दे विच विचारां की भिन्नता सी, पर आखिर में फैसला किया गया है कि लॉकडाउन में कुछ ढिल दे नाल जुलाई के अखीर तक इसनूं वधा दिता जाए। देश भर में कोरोना वायरस नाल पीड़ित मरीजों की गिनती में लगातार वाधा वेखण नूं मिल रहा है। उत्थे ही उत्तर प्रदेश की योगी सरकार का कहना है कि सूबे में महामारी इन्फैक्शन के मामलों में कमी दर्ज की गई है। अजिहे विच कांग्रेस जनरल सकत्तर प्रियंका गांधी ने यूपी सरकार नूं घेरिया है। उन्होंने सवाल किया है कि जेकर प्रदेश में कोरोना के मामले नहीं वध रहे तब मौत दर इन्नी ज्यादा क्यों है। प्रियंका गांधी ने एक ग्राफ शेयर किया जिस विच कोरोना के केस और इस नाल होने वाली मौतां दिखाई दे दित्तियां ने। उन्होंने कहा है कि कोरोना नाल सब तो वध मौत दर वाले 15 जिलों विचों 4 जिले यूपी दे ने। झांसी विच हर 10 कोरोना पीड़ितां विचों एक दी मौत, मेरठ विच 11 विचों एक कोरोना पीड़ित की मौत, आगरा ते एटा विच हर 14 कोरोना पीड़ितां विचों एक दी मौत हुई है। सोचने वाली गल यह है कि जेकर मामले वध नहीं रहे तो मौत दर इन्नी ज्यादा क्यों है। दस्सणयोग है कि मैडिकल और सेहत विभाग के मुख्य सकत्तर अमित मोहन प्रसाद वालों दी गई जानकारी अनुसार उत्तर प्रदेश में इन्फैक्शन के मामले में कमी दर्ज की गई है। प्रदेश में पीड़ित मरीजों के सरगर्म मामलों की गिनती में लगातार कमी दर्ज की जा रही है। कोरोना महामारी नाल जूझ रहे होर सूबियां के मुकाबले उत्तर प्रदेश की स्थिति में काफी सुधार है। पंजाब विच महामारी के मरीजों की गिनती बढ़ के 4,627 हो गई है। हुण तक कोरोना वायरस के नाल 113 लोगों की मौत हो चुकी है। पंजाब विच हाले कोरोना के इलाज अधीन मरीजों की गिनती 1,415 है और कोरोना पॉजिटिव 3,099 मरीज ठीक भी हो चुके हैं। सूबे में हुण तक शक्की मरीजों की गिनती 2,60,857 है। इन्हां दे नमूने जांच लई भेजे गए हैं। 18 जिलों विचों 230 केस बीते दिन मिले ने। इन्हां विचों अमृतसर चों 14, लुधियाना तो 27, जलंधर तो 43, संगरूर तो 64, पटियाला तो 9, SS नगर तो 5, गुरदासपुर तो 1, पठानकोट तो 7, SBS नगर विच 1, फतेहगढ़ साहिब तो 1, फरीदकोट तो 1, रोपड़ तो 3, मोगा तो 1, मुक्तसर तो 33, बठिंडा तो 6, फिरोजपुर तो 4, कपूरथला तो 9 ते मानसा तो 1 केस मिलिया है। पंजाब के 22 जिले कोरोना की लपेट विच ने। पंजाब के ਵੱਖ-ਵੱਖ जिलों में कोरोना की लागते मरीजों की गिनती इस तरह है। अमृतसर विच 806, लुधियाना विच 642, जलंधर विच 645, संगरूर विच 303, पटियाला विच 235, SS नगर विच 224, गुरदासपुर विच 196, पठानकोट विच 195, तरनताਰਨ विच 186, हुशियारपुर विच 165, SBS नगर विच 126, फतेहगढ़ साहिब विच 101, फरीदकोट विच 100, रोपड़ च 94, मोगा विच 86, मुक्तसर विच 117, बठिंडा विच 85, फिरोजपुर विच 81, फाजिलका विच 75, कपूरथला विच 76, बरनाला विच 43 ਅਤੇ मानसा विच 43 कोरोना पॉजिटिव केस ने। प्रधानमंत्री नरेंद्र मोदी की प्रधानगी विच कैबिनेट ਅਤੇ कैबिनेट कमेटी ऑन इकोनॉमिक अफेयर्स की बैठक हुई। इस विच कई वड्डे फैसले लए गए ने। केंद्रीय मंत्री प्रकाश जावड़ेकर ने ऐलान किया है कि सहकारी बैंक नूं रिजर्व बैंक के अधीन कर दिता गया है। इस नाल गाहकां दा पैसा सुरक्षित रहेगा। हुण तक सिर्फ वपारक बैंक ही रिजर्व बैंक के निरीक्षण अधीन सन, पर हुण रिजर्व बैंक सहकारी बैंकां दा भी निरीक्षण करेगा। प्रकाश जावड़ेकर ने दस्सिया है कि देश विच
1482 ਅਰਬਨ ਸਹਿਕਾਰੀ ਬੈਂਕ ਅਤੇ 58 ਮਲਟੀ ਸਟੇਟ ਬੈਂਕ ਨੇ। ਇਨ੍ਹਾਂ ਵਿੱਚ 8.6 ਕਰੋੜ ਗਾਹਕ ਜੁੜੇ ਹੋਏ ਨੇ। ਸਰਕਾਰ ਦਾ ਇਹ ਕਦਮ ਇਸ ਲਿਹਾਜ਼ ਤੋਂ ਕਾਫੀ ਅਹਿਮ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਕਈ ਸਹਿਕਾਰੀ ਬੈਂਕਾਂ ਵਿੱਚ ਘੁਟਾਲੇ ਸਾਹਮਣੇ ਆਏ ਨੇ ਅਤੇ ਇਸ ਨਾਲ ਬੈਂਕ ਦੇ ਜਮਾਕਰਤਾਵਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਬੈਂਕਾਂ ਦੇ ਤੁਰੰਤ ਪ੍ਰਭਾਵ ਨਾਲ RBI ਦੇ ਸਿੱਧੇ ਸੁਪਰਵਿਜ਼ਨ ਪਾਵਰ ਵਿੱਚ ਆਉਣ ਦਾ ਇੱਕ ਆਰਡੀਨੈਂਸ ਪਾਸ ਕਰ ਦਿੱਤਾ ਗਿਆ ਹੈ। RBI ਦੀ ਪਾਵਰ ਹੁਣ ਸ਼ਡਿਊਲ ਬੈਂਕ ਦੇ ਨਾਲ-ਨਾਲ ਕੋਆਪਰੇਟਿਵ ਤੇ ਵੀ ਲਾਗੂ ਹੋ ਜਾਵੇਗੀ। ਕੇਂਦਰੀ ਮੰਤਰੀ ਦੇ ਮੁਤਾਬਕ ਬੈਠਕ ਵਿੱਚ ਬਹੁਤ ਅਹਿਮ ਫੈਸਲੇ ਲਏ ਗਏ ਨੇ। ਪੁਲਾੜ ਵਿਗਿਆਨ ਦੇ ਖੇਤਰ ਵਿੱਚ ਵੀ ਬਹੁਤ ਵੱਡਾ ਸੁਧਾਰ ਕੀਤਾ ਗਿਆ ਹੈ। ਪੁਲਾੜ ਵਿੱਚ ਚੰਗਾ ਵਿਕਾਸ ਹੋਇਆ ਹੈ, ਪਰ ਇੱਕ ਤਰ੍ਹਾਂ ਨਾਲ ਸਾਰਿਆਂ ਦੀ ਵਰਤੋਂ ਲਈ ਹੁਣ ਖੋਲ੍ਹੇ ਜਾ ਰਹੇ ਨੇ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਘੋਸ਼ਿਤ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਇਹਨਾਂ ਵਿੱਚ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬੈਠਕ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਕਦਮ ਦੇ ਨਾਲ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਸ਼੍ਰੀਲੰਕਾ ਜਿਹੇ ਦੇਸ਼ਾਂ ਦੇ ਪੈਰੋਕਾਰ ਆਸਾਨੀ ਨਾਲ ਕੁਸ਼ੀਨਗਰ ਆ ਸਕਣਗੇ। ਬੈਠਕ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ OBC ਕਮਿਸ਼ਨ ਹੁਣ ਇਸ ਗੱਲ ਦਾ ਧਿਆਨ ਰੱਖੇਗਾ ਕਿ ਸ਼ਾਬਦਿਕ ਗਲਤੀ ਦੀ ਵਜ੍ਹਾ ਨਾਲ ਕਿਸੇ ਜਾਤੀ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਫਾਇਦਿਆਂ ਤੋਂ ਵਾਂਝਾ ਨਾ ਰੱਖਿਆ ਜਾਵੇ। ਇਸ ਦੇ ਲਈ ਕੈਬਨਿਟ ਨੇ OBC ਕਮਿਸ਼ਨ ਦੇ ਕਾਰਜਕਾਲ ਨੂੰ 6 ਮਹੀਨੇ ਲਈ ਵਧਾ ਦਿੱਤਾ ਹੈ। ਹੁਣ OBC ਕਮਿਸ਼ਨ ਰਿਪੋਰਟ 31 ਜਨਵਰੀ 2021 ਤੱਕ ਦੇ ਸਕਦਾ ਹੈ। ਕਮਿਸ਼ਨ ਨੂੰ ਹੋਰ ਪਿਛੜੇ ਵਰਗਾਂ ਨਾਲ ਸੰਬੰਧਿਤ ਵੱਖ-ਵੱਖ ਸਿਫਾਰਸ਼ਾਂ ਕਰਨ ਦਾ ਕੰਮ ਸੌਂਪਿਆ ਗਿਆ ਸੀ, ਪਰ ਕੋਰੋਨਾ ਸੰਕਟ ਦੇ ਚੱਲਦੇ ਇਹ ਕੰਮ ਪ੍ਰਭਾਵਿਤ ਹੋਇਆ ਹੈ। ਕਮਿਸ਼ਨ ਨੂੰ ਹੋਰ ਪਿਛੜੇ ਵਰਗਾਂ ਦੇ ਅੰਦਰ ਵਰਗੀਕਰਨ ਦੇ ਮਸਲੇ ਤੇ ਗੌਰ ਕਰਨ ਦੀ ਵੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰੀਖਿਆ ਦੇਣ ਵੇਲੇ ਆਪਣਾ ਦਾਖਲਾ ਕਾਰਡ ਅਤੇ ਪਰਮਿਟ ਪੱਤਰ ਆਪਣੇ ਨਾਲ ਲੈ ਕੇ ਆਉਣ। ਜਿਸ ਵਿਦਿਆਰਥੀ ਕੋਲ ਦਾਖਲਾ ਕਾਰਡ ਤੇ ਆਗਿਆ ਪੱਤਰ ਦੋਵੇਂ ਨਹੀਂ, ਉਹ ਪ੍ਰੀਖਿਆ ਕੇਂਦਰ ਵਿੱਚ ਦਾਖਲਾ ਨਹੀਂ ਲੈ ਸਕਣਗੇ। CBSE ਨੇ ਸਾਰੇ ਸਕੂਲਾਂ ਨੂੰ ਪਰਮਿਸ਼ਨ ਲੈਟਰ ਭੇਜ ਦਿੱਤਾ ਹੈ। ਵਿਦਿਆਰਥੀ ਸਕੂਲ ਜਾ ਕੇ ਆਪਣਾ ਪਰਮਿਸ਼ਨ ਲੈਟਰ ਲੈ ਲੈਣ। ਤੁਹਾਨੂੰ ਦੱਸ ਦਈਏ ਕਿ ਮਾਰਚ ਵਿੱਚ ਕੋਰੋਨਾ ਵਾਇਰਸ COVID-19 ਦੇ ਕਾਰਨ CBSE ਨੂੰ 10ਵੀਂ ਤੇ 12ਵੀਂ ਦੇ ਵਿਚਕਾਰ ਪ੍ਰੀਖਿਆਵਾਂ ਨੂੰ ਰੋਕਣਾ ਪਿਆ ਸੀ, ਜਿਸ ਦਾ ਫੈਸਲਾ ਹੁਣ 1 ਤੋਂ 15 ਜੁਲਾਈ ਦੇ ਵਿੱਚ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਲਈ ਡੇਟ ਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਆਗਿਆ ਪੱਤਰ ਵਿੱਚ ਵਿਦਿਆਰਥੀਆਂ ਦਾ ਨਾਮ, ਵਿਸ਼ਾ, ਤਰੀਕ, ਪ੍ਰੀਖਿਆ ਦਾ ਸਮਾਂ ਤੇ ਪ੍ਰੀਖਿਆ ਕੇਂਦਰ ਦਾ ਨਾਮ, ਕੇਂਦਰ ਦਾ ਕੋਡ ਵੀ ਦਿੱਤਾ ਗਿਆ ਹੈ। ਸਾਰੇ ਵਿਦਿਆਰਥੀਆਂ ਨੂੰ ਇਸ ਨੂੰ ਆਪਣੇ ਦਾਖਲਾ ਕਾਰਡ ਦੇ ਨਾਲ ਲੈਣਾ ਚਾਹੀਦਾ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੂਰਨ ਹਮਾਇਤ ਕਰਦਿਆਂ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਨੇ ਬੁੱਧਵਾਰ ਨੂੰ ਮਤਾ ਪਾਸ ਕੀਤਾ ਹੈ ਕਿ ਲੋਕ ਹਿੱਤ ਵਿੱਚ ਕੇਂਦਰ ਇਸ ਨੂੰ ਵਾਪਸ ਲਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ। ਭਾਜਪਾ ਨੇ ਜਿੱਥੇ ਇਸ ਮਤੇ ਦਾ ਮੁਕੰਮਲ ਵਿਰੋਧ ਕੀਤਾ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਮੁੱਢ ਵਿੱਚ ਇਸ ਤੇ ਆਪਣੇ ਖਦਸ਼ੇ ਜ਼ਾਹਰ ਕਰ ਰਹੇ ਸੀ, ਪਰ ਅੰਤ ਵਿੱਚ ਇਸ ਮਤੇ ਤੇ ਦੂਜੀਆਂ ਪਾਰਟੀਆਂ ਨਾਲ ਖੜਦਿਆਂ ਹੀ ਇਸ ਗੱਲ ਤੇ ਅੰਸ਼ਕ ਸਹਿਮਤੀ ਦੇ ਦਿੱਤੀ ਕਿ ਘੱਟੋ-ਘੱਟ ਸਮਰਥਨ ਮੁੱਲ ਉੱਤੇ ਮੌਜੂਦਾ ਸਮੇਂ ਕੀਤੀ ਜਾਂਦੀ ਗਰੰਟੀਸ਼ੁਦਾ ਖਰੀਦ ਅਤੇ ਸੂਬੇ ਦੇ APMCs ਨੂੰ ਕਿਸੇ ਵੀ ਕੀਮਤ ਤੇ ਛੇੜਛਾੜ ਨਾ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਕੋਲ ਵਫਦ ਲੈ ਕੇ ਮਿਲਣ ਦੇ ਫੈਸਲੇ ਦਾ ਵੀ ਸਮਰਥਨ ਕੀਤਾ ਹੈ। ਮਤਾ ਪੜਿਆ ਗਿਆ। ਮੁੱਖ ਮੰਤਰੀ ਦੀ ਅਗਵਾਈ ਹੇਠ ਸਾਰੀਆਂ ਰਾਜਸੀ ਪਾਰਟੀਆਂ ਦਾ ਵਫਦ ਪ੍ਰਧਾਨ ਮੰਤਰੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਇਸ ਕਿਸਾਨ ਵਿਰੋਧੀ ਕਾਨੂੰਨ ਦੇ ਖਿਲਾਫ ਸਖਤ ਖਦਸ਼ਿਆਂ ਤੋਂ ਜਾਣੂ ਕਰਵਾਏ ਅਤੇ ਇਹ ਅਪੀਲ ਕਰੇ ਕਿ ਲੋਕ ਹਿੱਤ ਵਿੱਚ ਇਸ ਨੂੰ ਵਾਪਸ ਲਿਆ ਜਾਵੇ। ਦੂਜੇ ਪਾਸੇ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਨੇ ਸਭ ਮਤਿਆਂ ਦੀ ਇਨ-ਬਿਨ ਹਮਾਇਤ ਨਹੀਂ ਕੀਤੀ ਅਤੇ ਆਪਣਾ ਨੁਕਤਾ ਨਿਗਾਹ ਵੱਖਰਾ ਵੀ ਰੱਖਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਸਰਬਦਲੀ ਵੀਡੀਓ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਗਰੂਰ ਤੋਂ ਵੀਡੀਓ ਕਾਨਫਰੰਸ ਰਾਹੀਂ ਬੈਠਕ ਵਿੱਚ ਹਿੱਸਾ ਲਿਆ। ਕਰੀਬ 4 ਘੰਟੇ ਚੱਲੀ ਇਸ ਮੀਟਿੰਗ ਵਿੱਚ ਭਗਵੰਤ ਮਾਨ ਨੇ ਪੰਜਾਬ ਹਿਤੈਸ਼ੀ ਮੁੱਦਿਆਂ ਨੂੰ ਬੜੇ ਹੀ ਜ਼ੋਰਦਾਰ ਢੰਗ ਨਾਲ ਉਠਾਉਂਦੇ ਹੋਏ
ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਅਤੇ ਪੰਜਾਬ ਵਿਰੋਧੀ ਤਿੰਨਾਂ ਆਰਡੀਨੈਂਸਾਂ ਵਿਰੁੱਧ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਮੋਦੀ ਕੈਬਨਿਟ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਤੇ ਲੰਘੀ 5 ਜੂਨ ਨੂੰ ਲਿਆਂਦੇ ਗਏ 3 ਆਰਡੀਨੈਂਸ ਕਿਸਾਨ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ਤੇ ਸਿੱਧਾ ਹਮਲਾ ਨੇ। ਇਸ ਲਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਰਾਹੀਂ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਖਿਲਾਫ ਮਤਾ ਪਾਸ ਕਰਕੇ ਪੰਜਾਬ ਵੱਲੋਂ ਸਖਤ ਸੰਦੇਸ਼ ਦਿੱਤਾ ਜਾਵੇ ਤਾਂ ਕਿ ਕੇਂਦਰ ਸਰਕਾਰ ਇਹ ਮਾਰੂ ਫੈਸਲੇ ਵਾਪਸ ਲੈਣ ਲਈ ਮਜਬੂਰ ਹੋ ਜਾਵੇ। ਇਸ ਮੌਕੇ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੁਧਾਰ ਬਿੱਲ 2020 ਦੇ ਵਿਰੁੱਧ ਵੀ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਦੀ ਤਿਆਰੀ ਵਿੱਚ ਨੇ। ਸੁਖਦੇਵ ਸਿੰਘ ਢੀਂਡਸਾ ਨੇ ਮੀਡੀਆ ਨਾਲ ਆਪਣੀ ਹਾਲੀਆ ਗੱਲਬਾਤ ਵਿੱਚ ਦੱਸਿਆ ਹੈ ਕਿ ਉਹ ਟਕਸਾਲੀ ਆਗੂਆਂ ਨਾਲ ਮਿਲ ਕੇ ਇੱਕ ਨਵੀਂ ਸਿਆਸੀ ਪਾਰਟੀ ਦਾ ਗਠਨ ਕਰਨ ਜਾ ਰਹੇ ਨੇ। ਉਹਨਾਂ ਆਪਣੇ ਨਾਲ ਰਲਦੀ ਸੋਚ ਵਾਲੇ ਆਗੂਆਂ ਨੂੰ ਨਵੀਂ ਪਾਰਟੀ ਵਿੱਚ ਆਉਣ ਦਾ ਸੱਦਾ ਦਿੱਤਾ। ਹਾਲਾਂਕਿ ਉਹ ਟਕਸਾਲੀ ਆਗੂਆਂ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮੁਲਾਕਾਤ ਨਹੀਂ ਕਰ ਸਕੇ ਕਿਉਂਕਿ ਉਹ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਨੇ। ਨਵੀਂ ਪਾਰਟੀ ਦੀ ਰਣਨੀਤੀ ਅਤੇ ਨਾਮ ਬਾਰੇ ਪੁੱਛੇ ਜਾਣ ਤੇ ਢੀਂਡਸਾ ਨੇ ਕਿਹਾ ਕਿ ਪਹਿਲਾਂ ਹੀ ਅਸੀਂ ਉਹਨਾਂ ਲੋਕਾਂ ਕੋਲ ਪਹੁੰਚ ਰਹੇ ਹਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਚੁੱਕੇ ਨੇ ਅਤੇ ਜਾਂ ਤਾਂ ਕਿਸੇ ਸਿਆਸੀ ਧਿਰ ਨਾਲ ਜੁੜ ਗਏ ਨੇ ਜਾਂ ਹਾਲੇ ਤੱਕ ਆਜ਼ਾਦ ਨੇ। ਉਹਨਾਂ ਕਿਹਾ ਹੈ ਕਿ ਅਕਾਲੀ ਦਲ ਨੂੰ ਅਸੀਂ ਮੁੜ ਉਸੇ ਲੀਤੀ ਲਿਆਉਣਾ ਚਾਹੁੰਦੇ ਹਾਂ ਜਿਸ ਪੰਥਕ ਵਿਚਾਰਧਾਰਾ ਨੂੰ ਲੈ ਕੇ ਇਸ ਦਾ ਗਠਨ ਕੀਤਾ ਗਿਆ ਸੀ। ਨਵੀਂ ਪਾਰਟੀ ਦੇ ਨਾਮ ਬਾਰੇ ਫੈਸਲਾ ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋਣ ਵਾਲੀ ਮੀਟਿੰਗ ਦੌਰਾਨ ਲਿਆ ਜਾਵੇਗਾ। ਬੀਤੇ ਦਿਨੀ ਪ੍ਰਸਿੱਧ ਪੱਤਰਕਾਰ ਅਤੇ ਸਾਬਕਾ ਸੰਸਦ ਮੈਂਬਰ ਵਿਸ਼ਵਬੰਧੂ ਗੁਪਤਾ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਉਹਨਾਂ ਦੇ ਗ੍ਰਹਿ ਵਿਖੇ ਅੰਤਿਮ ਕਿਰਿਆ ਹੋਈ। ਵਿਸ਼ਵਬੰਧੂ ਗੁਪਤਾ ਦੇ ਭਰਾ ਸ਼੍ਰੀ ਰਮੇਸ਼ ਗੁਪਤਾ ਅਤੇ ਸ਼੍ਰੀ ਪ੍ਰੇਮ ਗੁਪਤਾ ਨੇ ਦੱਸਿਆ ਕਿ ਸਾਰੇ ਰੀਤੀ ਰਿਵਾਜ ਪੂਰੇ ਕਰਨ ਤੋਂ ਬਾਅਦ ਇੱਕ ਵੈਬੀਨਾਰ ਦਾ ਆਯੋਜਨ ਹੋਇਆ ਹੈ ਜਿਸ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਭੇਜਿਆ ਸ਼ੋਕ ਸੁਨੇਹਾ ਵੀ ਪੜ੍ਹਿਆ ਗਿਆ। ਇਸ ਮੌਕੇ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦੇ ਪ੍ਰਧਾਨ ਸਲੇਸ਼ ਗੁਪਤਾ ਨੇ ਸੁਸਾਇਟੀ ਵੱਲੋਂ ਪ੍ਰਸਿੱਧ ਪੱਤਰਕਾਰ ਤੇ ਸਾਬਕਾ ਸਾਂਸਦ ਵਿਸ਼ਵਬੰਧੂ ਗੁਪਤਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ। ਪ੍ਰੈਸ ਕਲੱਬ ਆਫ ਇੰਡੀਆ ਦੇ ਫਾਊਂਡਰ ਮੈਂਬਰ ਵਿਸ਼ਵਬੰਧੂ ਗੁਪਤਾ ਤੇਜ ਤੇ ਸਨ ਅਖਬਾਰ ਦੇ ਐਡੀਟਰ ਸਨ। ਉਹ ਆਲ ਇੰਡੀਆ ਨਿਊਜ਼ਪੇਪਰਜ਼ ਐਡੀਟਰਜ਼ ਕਾਨਫਰੰਸ ਦੇ ਪ੍ਰਧਾਨ ਵੀ ਸਨ। ਸ਼੍ਰੀ ਗੁਪਤਾ ਨੇ ਕਿਹਾ ਕਿ ਵਿਸ਼ਵਬੰਧੂ ਗੁਪਤਾ ਦੀ ਪ੍ਰਧਾਨਗੀ ਹੇਠ INS ਨੇ ਉਹਨਾਂ ਦੀ ਦੂਰਅੰਦੇਸ਼ੀ ਅਤੇ ਲੀਡਰਸ਼ਿਪ ਦੌਰਾਨ ਦੇਸ਼ ਅਤੇ ਅਖਬਾਰੀ ਉਦਯੋਗ ਲਈ ਬਹੁਤ ਵਧੀਆ ਕੰਮ ਕੀਤਾ ਸੀ। ਉਹਨਾਂ ਕਿਹਾ ਕਿ ਵਿਸ਼ਵ ਗੁਪਤਾ ਦੇ ਦੇਹਾਂਤ ਨਾਲ ਸਾਰੇ ਅਖਬਾਰ ਉਦਯੋਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਵੈਬੀਨਾਰ ਵਿੱਚ ਦੇਸ਼ ਦੇ ਕਈ ਸੰਸਦ ਮੈਂਬਰਾਂ ਤੇ ਪ੍ਰਸਿੱਧ ਪੱਤਰਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਨੇ ਵੈਬੀਨਾਰ ਵਿੱਚ ਬੋਲਦਿਆਂ ਵਿਸ਼ਵਬੰਧੂ ਗੁਪਤਾ ਨੂੰ ਸ਼ਰਧਾਂਜਲੀ ਦਿੱਤੀ। श्री विश्वबंधु गुप्ता जी, चीफ एडिटर डेली तेज, प्रेसिडेंट ऑल इंडिया न्यूज़पेपर एडिटर्स कॉन्फ्रेंस एंड फार्मर मेंबर ऑफ पार्लियामेंट एंड फार्मर प्रेसिडेंट ऑफ इंडियन न्यूज़पेपर सोसाइटी एंड प्रेसिडेंट ऑफ बallooning क्लब ऑफ इंडिया हैज़ passed away on June 21st. I got associated with Vishwabandhu ji in 1982 when Indira Gandhi ji, Prime Minister of India, sent him to the office of Chardhi Kala to give me her message. And since then I was regularly in association with Vishwabandhu ji for last about 40 years. I saw him working as a president of Delhi Pradesh Congress Committee. Then I saw him working as a president of All India Newspaper Editors Conference very perfectly. He was a great leader, he was a great editor, and he was a great friend. His performance is still remembered today because since 1996 I have been associating him in the parliament, especially in the central hall, because I was a member of press advisory committee of the Lok Sabha in 1997 and 98. Since then I have been regularly going to the parliament, and my last meeting with Vishwabandhu was in March 20 in the central hall, because he was regularly coming to the central hall and I was observing almost all leaders, irrespective of the political affiliations, all leaders of all parties have been coming to Vishwabandhu to get his expert advice in the politics. Today when we are remembering Vishwabandhu ji and praying for his departed soul, I
salute the great personality of my great leader and make a commitment to follow his path and to complete his mission during our lifetime. ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਮਹਾਮਾਰੀ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਇਸੇ ਤਹਿਤ ਟਰਸਟ ਵੱਲੋਂ ਰਾਸ਼ਨ ਵੰਡ ਦਾ ਤੀਸਰਾ ਪੜਾਅ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਟਰਸਟ ਦੇ ਐਮਡੀ ਡਾਕਟਰ ਐਸਪੀ ਸਿੰਘ ਓਬਰਾਏ ਨੇ ਤੀਸਰੀ ਖੇਪ ਨੂੰ ਰਵਾਨਾ ਕੀਤਾ, ਜੋ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ਵਿੱਚ ਲੋੜਵੰਦਾਂ ਨੂੰ ਤਕਸੀਮ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 575 ਕਿੱਟਾਂ ਗੁਰਦਾਸਪੁਰ ਤੇ ਬਟਾਲਾ ਤੇ 500 ਕਿੱਟਾਂ ਪਠਾਨਕੋਟ ਵਿੱਚ ਦਿੱਤੀਆਂ ਜਾਣਗੀਆਂ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰਕੇ ਜਿਹੜਾ ਅਸੀਂ ਰਾਸ਼ਨ ਵੰਡ ਰਹੇ ਸੀ, ਉਹਦੇ ਤਹਿਤ ਜਿਹੜੀ ਸਾਡੀ ਤੀਸਰੀ ਖੇਪ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ, ਜਿੱਥੇ ਕਿ ਕੱਲ੍ਹ ਅਸੀਂ ਅੰਮ੍ਰਿਤਸਰ, ਮਜੀਠਾ ਕਵਰ ਕੀਤਾ ਸੀ। ਅੱਜ ਬਟਾਲਾ, ਗੁਰਦਾਸਪੁਰ ਤੇ ਪਠਾਨਕੋਟ। ਸੋ ਇੱਥੇ ਸਾਡੀਆਂ 575 ਕਿੱਟਾਂ ਸਾਡੀਆਂ ਬਟਾਲੇ, 575 ਕਿੱਟਾਂ ਜਿਹੜੀਆਂ ਨੇ ਫੈਮਲੀਜ਼ ਦੀ ਗੁਰਦਾਸਪੁਰ ਤੇ 500 ਜਿਹੜੀ ਸਾਡੀ ਫੈਮਲੀ ਨੂੰ ਅਸੀਂ ਕਵਰ ਕਰਾਂਗੇ ਪਠਾਨਕੋਟ। ਨੂਰਪੁਰ ਬੇਦੀ ਦੇ ਨੇੜੇ ਪੈਂਦੇ ਪਿੰਡ ਸਵਾੜਾ ਵਿਖੇ ਫਾਰਮ ਹਾਊਸ ਵਿੱਚ 3 ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਵਿੱਚ 2 ਪ੍ਰਵਾਸੀ ਮਜ਼ਦੂਰ ਅਤੇ 1 ਪੰਜਾਬੀ ਵਿਅਕਤੀ ਸ਼ਾਮਲ ਹੈ। ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਘਟਨਾ ਸਥਾਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਿੰਗਰ ਮਾਹਰ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਨੇ। ਦੱਸ ਦਈਏ ਕਿ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਰਾਮ ਸ਼ੰਕਰ ਵਾਸੀ ਬਿਹਾਰ ਅਤੇ ਕੇਸਰ ਸਿੰਘ ਪਿੰਡ ਪਨੂਰਾ, ਥਾਣਾ ਨੂਰਪੁਰ ਬੇਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।